जय वाल्मीकि जय वाल्मीकि जय वाल्मीकि जय वाल्मीकि। जो बड़े सोन पर भगवान वाल्मीकि महाराज की जय। महाराज के चरण कमल धर्मास, श्रेष्ठ गुरु तुम जगत के तीन लोक के लाल। वाल्मीकि जय
जो बोले सो निरभੈ भगवान वाल्मीकि महाराज की जय। गुरु रूप साध संगत जी, एक बार फिर असी भगवान वाल्मीकि मंदिर बैडफोर्ड तो भगवान वाल्मीकि जी की पुत्र बाणी श्री योग वशिष्ठ महारामायण के विचार लैके आप दे नाल जुड़े हाँ। असी कांशी टीवी का धन्यवाद करते हाँ जिन्हां दे माध्यम राही असी आप दे नाल भगवान वाल्मीकि जी की बैणी ला के जुड़ते हैं। गुरु प्यारी साध संगत जी, आओ सब तो पहले उस प्रभु परमेश्वर को नमस्कार करिए और फिर भगवान वाल्मीकि जी की बाणी आरंभ करिए। सचित आनंद रूप आत्मा नू जिस विच सर्व जीव पासते ਹਨ ਤੇ ਲੀਨ ਹੁੰਦੇ ਹਨ ਤੇ ਸਥਿਤ ਹੁੰਦੇ ਹਨ ਤੇ ਜਿਸ ਤੋਂ ਗਿਆਤਾ ਗਿਆਨ ਤੇ ਗਿਆਮ ਦ੍ਰਿਸ਼ਟਾ ਦਰਸ਼ਨ ਤੇ ਦ੍ਰਿश्य ਕਰਤਾ ਕਾਰਨ ਤੇ ਕਿਰਿਆ ਸਿੱਧ ਹੁੰਦੇ ਹਨ ਤੇ ਜਿਸ ਆਨੰਦ ਦੇ ਕਾਰਨ ਕਰਕੇ ਸੰਪੂਰਨ ਵਿਸ਼ਵ ਆਨੰਦਵਾਨ ਹੈ ਤੇ ਜਿਸ ਆਨੰਦ ਦਾ ਕਰਕੇ ਜੀਵ ਜਿਉਂਦੇ ਹਨ ਉਸ ਆਨੰਦ ਰੂਪ ਆਤਮਾ ਨੂੰ ਨਮਸਕਾਰ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਪਿਛਲੇ ਪ੍ਰਸੰਗ ਦੀ ਸਮਾਪਤੀ ਵਿੱਚ ਭਗਵਾਨ ਵਾਲਮੀਕ ਜੀ ਨੇ ਸਾਨੂੰ ਉਪਦੇਸ਼ ਕੀਤਾ ਸੀ ਕਿ ਸੰਕਲਪ ਰੂਪੀ ਮੈਲ ਨੂੰ ਤਿਆਗ ਕੇ ਅਡੋਲ ਆਤਮ ਤਤ ਦਾ ਆਸਰਾ ਕਰਨਾ ਚਾਹੀਦਾ ਹੈ। ਜਦ ਇਨਸਾਨ ਇਸ ਪਦ ਵਿੱਚ ਟਿਕਦਾ ਹੈ ਤਾਂ ਫਿਰ ਉਹ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪ੍ਰਸੰਗ ਹੈ ਉਹ ਉਤਪਤੀ ਪ੍ਰਕਰਨ 78 ਨੰਬਰ ਸਰਗ ਹੈ, ਜਿਸ ਵਿੱਚ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਔਰ ਇਹ ਜੋ ਬਾਣੀ ਹੈ ਇਸ ਦਾ ਗਿਆਨ ਗੁਰੂ ਵਸ਼ਿਸ਼ਟ ਜੀ ਰਾਮਚੰਦਰ ਨੂੰ ਦੇ ਰਹੇ ਹਨ ਔਰ ਦੱਸਦੇ ਹਨ ਕਿ ਮੂੜ ਅਗਿਆਨੀ ਪੁਰਸ਼ ਆਪਣੇ ਸੰਕਲਪ ਤੋਂ ਆਪ ਹੀ ਮੋਹ ਨੂੰ ਪ੍ਰਾਪਤ ਹੁੰਦਾ ਹੈ ਤੇ ਜੋ ਪੰਡਤ ਹੈ ਉਹ ਮੋਹ ਨੂੰ ਨਹੀਂ ਪ੍ਰਾਪਤ ਹੁੰਦਾ। ਕਿ ਜਿਹੜੇ ਅਗਿਆਨੀ ਮੂੜ ਜੀਵ ਹਨ, ਮੂਰਖ ਜੀਵ ਹਨ, ਉਹਨਾਂ ਦੇ ਮਨ ਦੇ ਵਿੱਚੋਂ ਜੋ ਸੰਕਲਪ ਉੱਠਦਾ ਹੈ ਉਹ ਉਹਨਾਂ ਨੂੰ ਸੰਸਾਰ ਵੱਲ ਖਿੱਚਦਾ ਹੈ ਤੇ ਉਹ ਮੋਹ ਨੂੰ ਪ੍ਰਾਪਤ ਹੁੰਦੇ ਹਨ। ਭਾਵ ਕਿ ਸੰਸਾਰ ਦੇ ਨਾਲ, ਸੰਸਾਰ ਦੇ ਪਦਾਰਥਾਂ ਦੇ ਨਾਲ ਉਹਨਾਂ ਦਾ ਮੋਹ ਪੈਦਾ ਹੁੰਦਾ ਹੈ। ਪਰ ਜੋ ਗਿਆਨਵਾਨ ਪੰਡਿਤ ਜੀਵ ਹਨ ਉਹ ਮੋਹ ਨੂੰ ਪ੍ਰਾਪਤ ਨਹੀਂ ਹੁੰਦੇ, ਕਿਉਂਕਿ ਉਹਨਾਂ ਨੇ ਆਪਣੇ ਮਨ ਨੂੰ ਕਾਬੂ ਵਿੱਚ ਕੀਤਾ ਹੈ ਔਰ ਆਪਣੇ ਮਨ ਦੀ ਸ਼ਕਤੀ ਚਿੱਤ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੈ। ਜਿਵੇਂ ਮੂਰਖ ਬਾਲਕ ਆਪਣੇ ਪਰਛਾਵੇਂ ਨੂੰ ਪਿਸ਼ਾਚ ਸਮਝ ਕੇ ਡਰਦਾ ਹੈ, ਤਿਵੇਂ ਹੀ ਮੂਰਖ ਆਪਣੀ ਕਲਪਨਾ ਤੋਂ ਦੁਖੀ ਹੁੰਦਾ ਹੈ। ਸੋ ਬੜੀ ਸੋਹਣੀ ਉਦਾਹਰਨ ਦਿੰਦੇ ਹਨ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਣ ਲਈ ਕਿ ਜਿਸ ਤਰ੍ਹਾਂ ਇੱਕ ਛੋਟਾ ਬੱਚਾ ਇੰਨਾ ਸਮਝਦਾਰ ਨਹੀਂ ਹੁੰਦਾ, ਆਪਣੇ ਪਰਛਾਵੇਂ ਵੱਲ ਕਈ ਵਾਰੀ ਦੇਖਦਾ ਹੈ ਤੇ ਸਮਝਦਾ ਹੈ ਕਿ ਪਿਸ਼ਾਚ ਭੂਤ ਹੈ ਤੇ ਉਸ ਤੋਂ ਡਰਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੋ ਮੂਰਖ ਜੀਵ ਹਨ ਉਹ ਆਪਣੀ ਕਲਪਨਾ ਤੋਂ ਦੁਖੀ ਹੁੰਦੇ ਹਨ। ਭਗਵਾਨ ਵਾਲਮੀਕ ਜੀ ਸਾਡੇ ਸਾਹਮਣੇ ਸਵਾਲ ਰੱਖਦੇ ਹਨ ਕਿ ਬ੍ਰਹਮ ਗਿਆਨੀਆਂ ਵਿੱਚੋਂ ਸ੍ਰੇਸ਼ਟ ਉਹ ਸੰਕਲਪ ਕੀ ਹੈ ਤੇ ਪਰਛਾਵਾਂ ਕੀ ਹੈ ਕਿ ਜੋ ਝੂਠ ਹੀ ਸੱਚ ਰੂਪ ਪਿਸ਼ਾਚ ਵਾਂਗ ਦਿਸਦਾ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਇਸ ਸਵਾਲ ਦਾ ਉੱਤਰ ਦਿੰਦੇ ਹੋਏ, ਪੰਜ ਤੱਤਾਂ ਦਾ ਸਰੀਰ ਪਰਛਾਵੇਂ ਵਾਂਗ ਹੈ ਕਿਉਂਕਿ ਆਪਣੀ ਕਲਪਨਾ ਤੋਂ ਰਚਿਆ ਹੈ ਤੇ ਅਹੰਕਾਰ ਰੂਪੀ ਪਿਸ਼ਾਚ ਹੈ। ਕਿ ਇਹ ਜੋ ਪੰਜ ਤੱਤਾਂ ਦਾ ਸਰੀਰ ਹੈ ਇਹ ਪਰਛਾਵੇਂ ਦੀ ਤਰ੍ਹਾਂ ਹੈ ਔਰ ਆਪਣੀ ਕਲਪਨਾ ਦੇ ਨਾਲ, ਇਹ ਜਿਹੜਾ ਸਾਡਾ ਮਨ ਦੀ ਕਲਪਨਾ ਹੈ ਉਸ ਨੇ ਇਸ ਨੂੰ ਰਚਿਆ ਹੈ ਤੇ ਜੋ ਸਾਡੇ ਮਨ ਅੰਦਰੋਂ ਫੁਰਨਾ ਉੱਠਦਾ ਹੈ ਅਹੰਕਾਰ ਰੂਪੀ, ਉਹ ਪਿਸ਼ਾਚ ਹੈ, ਉਹ ਹੀ ਭੂਤ ਹੈ।
ਜਿਵੇਂ ਮਿਥਿਆ ਪਰਛਾਵੇਂ ਵਿੱਚ ਪਿਸ਼ਾਚ ਨੂੰ ਵੇਖ ਕੇ ਮਨੁੱਖ ਡਰਦਾ ਹੈ, ਤਿਵੇਂ ਹੀ ਦੇਹ ਵਿੱਚ ਅਹੰਕਾਰ ਨੂੰ ਵੇਖ ਕੇ ਦੁੱਖ ਪ੍ਰਾਪਤ ਹੁੰਦੇ ਹਨ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਉਹ ਮਿਥਿਆ ਪਰਛਾਵੇਂ ਵਿੱਚ ਭੂਤ ਨੂੰ ਵੇਖ ਕੇ ਇੱਕ ਜੀਵ ਡਰਦਾ ਹੈ, ਬਿਲਕੁਲ ਇਸੇ ਹੀ ਤਰ੍ਹਾਂ ਦੇਹ ਵਿੱਚ ਜੋ ਹੰਕਾਰ ਹੈ ਉਸ ਨੂੰ ਵੇਖ ਕੇ ਦੁੱਖ ਪ੍ਰਾਪਤ ਹੁੰਦਾ ਹੈ। ਜਿਹੜੇ ਜੀਵ ਆਪਣੀ ਦੇਹ ਦਾ ਅਹੰਕਾਰ ਕਰਦੇ ਹਨ, ਮੈਂ ਹਾਂ, ਮੈਂ ਇਸ ਤਰ੍ਹਾਂ ਹਾਂ, ਉਹ ਦੁੱਖ ਨੂੰ ਪ੍ਰਾਪਤ ਹੁੰਦੇ ਹਨ। ਇੱਕ ਪਰਮਾਤਮ ਸਾਰਿਆਂ ਵਿੱਚ ਮੌਜੂਦ ਹੈ, ਤਦ ਹੰਕਾਰ ਕਿਵੇਂ ਹੋਵੇ? ਅਸਲ ਵਿੱਚ ਹੰਕਾਰ ਕੋਈ ਨਹੀਂ, ਪਰਮਾਤਮਾ ਹੀ ਅਭੇਦ ਰੂਪ ਹੈ ਤੇ ਉਸ ਵਿੱਚ ਅਹਮ ਭਰਮ ਕਰਕੇ ਜਾਪਦਾ ਹੈ। ਦੇਖੋ, ਇਹ ਆਤਮਾ ਜੋ ਹੈ, ਪਰਮਾਤਮਾ ਦੀ ਅੰਸ਼ ਜੋ ਸਾਡੇ ਵਿੱਚ ਹੈ, ਉਹ ਸਾਰਿਆਂ ਵਿੱਚ ਮੌਜੂਦ ਹੈ। ਤੇ ਫਿਰ ਅਹੰਕਾਰ ਕਿਸ ਤਰ੍ਹਾਂ ਹੋ ਸਕਦਾ ਹੈ? ਅਸਲ ਵਿੱਚ ਅਹੰਕਾਰ ਕੋਈ ਚੀਜ਼ ਨਹੀਂ ਹੈ। ਪਰਮਾਤਮਾ ਹੀ ਅਭੇਦ ਰੂਪ ਹੈ ਤੇ ਉਸ ਵਿੱਚ ਇਹ ਅਹਮ ਕਿ ਅਹੰਕਾਰੀ ਭਰਮ ਜੋ ਹੈ ਉਹ ਜਾਪਦਾ ਹੈ। ਜਿਵੇਂ ਮਿਥਿਆ ਦਰਸ਼ੀ ਨੂੰ ਮਾਰੂਥਲ ਵਿੱਚ ਪਾਣੀ ਲੱਗਦਾ ਹੈ, ਤਿਵੇਂ ਹੀ ਮਿਥਿਆ ਗਿਆਨ ਨਾਲ ਅਹੰਕਾਰ ਕਲਪਨਾ ਹੁੰਦੀ ਹੈ। ਸੋ ਦੇਖੋ, ਉਦਾਹਰਨ ਜੋ ਦੇ ਕੇ ਸਾਨੂੰ ਸਮਝਾਇਆ ਗਿਆ ਹੈ ਕਿ ਜਿਸ ਤਰ੍ਹਾਂ ਰੇਗਿਸਤਾਨ ਦੀ ਰੇਤਾ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ ਤੇ ਉਹ ਇਸ ਤਰ੍ਹਾਂ ਲੱਗਦਾ ਪਾਣੀ ਹੈ, ਪਰ ਪਾਣੀ ਨਹੀਂ, ਇੱਕ ਚਮਕ ਹੁੰਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਮਿਥਿਆ ਗਿਆਨ ਨਾਲ ਅਹੰਕਾਰ ਕਲਪਨਾ ਹੁੰਦੀ ਹੈ। ਅਹੰਕਾਰੀ ਜੋ ਕਲਪਨਾ ਸਾਡੇ ਵਿੱਚੋਂ ਉੱਠਦੀ ਹੈ, ਅਗਿਆਨਤਾ ਦਾ ਕਾਰਨ ਹੈ। ਜਿਵੇਂ ਮਣੀ ਦੀ ਰੋਸ਼ਨੀ ਮਣੀ ਤੇ ਪੈਂਦੀ ਹੈ, ਜੋ ਮਣੀ ਤੋਂ ਵੱਖ ਨਹੀਂ, ਮਣੀ ਰੂਪ ਹੀ ਹੈ, ਤਿਵੇਂ ਹੀ ਆਤਮਾ ਵਿੱਚ ਜਗਨ ਲੱਗਦਾ ਹੈ। ਸੋ ਆਤਮਾ ਵਿੱਚ ਮੌਜੂਦ ਹੈ। ਸੋ ਇੱਕ ਹੋਰ ਸਾਨੂੰ ਮਿਸਾਲ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਇੱਕ ਮਣੀ ਹੁੰਦੀ ਹੈ ਤੇ ਉਸ ਤੋਂ ਰੋਸ਼ਨੀ ਪੈਦਾ ਹੁੰਦੀ ਹੈ, ਉਹਦੀ ਬੜੀ ਚਮਕ ਹੁੰਦੀ ਹੈ, ਔਰ ਮਣੀ ਤੋਂ ਵੱਖ ਨਹੀਂ ਹੈ, ਮਣੀ ਰੂਪ ਹੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਆਤਮਾ ਵਿੱਚ ਜਗਤ ਲੱਗਦਾ ਹੈ ਤੇ ਆਤਮਾ ਵਿੱਚ ਹੀ ਮੌਜੂਦ ਹੈ। ਜਿਵੇਂ ਪਾਣੀ ਵਿੱਚ ਤਰਲਤਾ ਤੋਂ ਚੱਕਰ ਤੇ ਲਹਿਰਾਂ ਹੋ ਦਿਸਦੀਆਂ ਹਨ, ਸੋ ਪਾਣੀ ਹੀ ਅੰਤਵੇਂ ਆਤਮਾ ਵਿੱਚ ਚਿੱਤ ਤੋਂ ਜੋ ਵੱਖ-ਵੱਖ ਲੱਗਦਾ ਹੈ, ਸੋ ਆਤਮਾ ਤੋਂ ਵੱਖ ਨਹੀਂ, ਨਾ ਸਮਝੀ ਕਰਕੇ ਵੱਖ ਪੁਣਾ ਲੱਗਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਪਾਣੀ ਦੇ ਤਰਲਤਾ ਹੁੰਦੀ ਹੈ, ਇਸ ਕਰਕੇ ਉਹਦੇ ਚੱਕਰ ਵੀ ਉੱਠਦੇ ਹਨ ਤੇ ਲਹਿਰਾਂ ਵੀ ਉੱਠਦੀਆਂ ਹਨ, ਪਰ ਉਹ ਚੱਕਰ ਵੀ ਤੇ ਉਹ ਲਹਿਰਾਂ ਵੀ ਪਾਣੀ ਦਾ ਹੀ ਰੂਪ ਹੈ। ਬਿਲਕੁਲ ਇਸੇ ਹੀ ਤਰ੍ਹਾਂ ਆਤਮਾ ਵਿੱਚ ਇਹ ਸਾਡੇ ਚਿੱਤ ਤੋਂ ਜੋ ਵੱਖ-ਵੱਖ ਲੱਗਦਾ ਹੈ, ਸੋ ਆਤਮਾ ਤਾਂ ਕੋਈ ਵੱਖ ਚੀਜ਼ ਨਹੀਂ ਹੈ। ਇਹ ਸਿਰਫ ਅਗਿਆਨਤਾ ਦਾ ਕਰਕੇ, ਨਾ ਸਮਝੀ ਦਾ ਕਰਕੇ ਵੱਖ-ਵੱਖ ਪੁਣਾ ਸਾਨੂੰ ਲੱਗਦਾ ਹੈ। ਇਸ ਲਈ ਨਾ ਸਮਝ ਨਜ਼ਰ ਨੂੰ ਤਿਆਗ ਕੇ ਆਨੰਦ ਰੂਪ ਦਾ ਆਸਰਾ ਲਓ ਤੇ ਮੋਹ ਦੇ ਆਰੰਭ ਨੂੰ ਤਿਆਗ ਕੇ ਸ਼ੁੱਧ ਬੁੱਧੀ ਸਹਿਤ ਵਿਚਾਰੋ ਤੇ ਵਿਚਾਰ ਨਾਲ ਸੱਚ ਗ੍ਰਹਿਣ ਕਰੋ, ਝੂਠ ਦਾ ਤਿਆਗ ਕਰੋ। ਸੋ ਬਹੁਤ ਹੀ ਸੋਹਣਾ ਉਪਦੇਸ਼ ਸਾਨੂੰ ਭਗਵਾਨ ਵਾਲਮੀਕ ਜੀ ਦਿੰਦੇ ਹਨ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਨਾ ਸਮਝ ਨਜ਼ਰ ਜੋ ਹੈ ਉਸ ਦਾ ਤਿਆਗ ਕਰਕੇ ਅਸੀਂ ਆਨੰਦ ਰੂਪ ਦਾ ਆਸਰਾ ਲਈਏ, ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਆਸਰਾ ਲਈਏ। ਤੇ ਇਹ ਜਿਹੜਾ ਮੋਹ ਸਾਡੇ ਵਿੱਚ ਆ ਗਿਆ ਹੈ, ਇਸ ਦਾ ਅਸੀਂ ਤਿਆਗ ਕਰਕੇ ਆਪਣੀ ਸ਼ੁੱਧ ਬੁੱਧੀ ਸਹਿਤ, ਆਪਣੀ ਅੱਛੀ ਸੋਚ ਦੇ ਨਾਲ, ਅੱਛੀ ਸਮਝ ਦੇ ਨਾਲ ਵਿਚਾਰ ਕਰਕੇ ਸੱਚ ਨੂੰ ਗ੍ਰਹਿਣ ਕਰੀਏ
ਤੇ ਝੂਠ ਦਾ ਅਸੀਂ ਤਿਆਗ ਕਰੀਏ। ਸੱਚ ਉਹ ਪਰਮਾਤਮਾ, ਝੂਠ ਇਹ ਜੋ ਸੰਸਾਰ ਸਾਡੇ ਸਾਹਮਣੇ ਆ ਗਿਆ ਹੈ। ਤੁਸੀਂ ਮੋਹ ਦਾ ਮਹਾਤਮ ਵੇਖੋ ਕਿ ਸਥੂਲ ਰੂਪ ਦੇ ਜੋ ਨਾਸ਼ਵੰਤ ਹੈ ਉਸ ਤੇ ਰੱਖਣ ਦਾ ਉਪਾਅ ਕਰਦਾ ਹੈ, ਪਰ ਉਹ ਰਹਿੰਦਾ ਨਹੀਂ। ਤੇ ਜਿਸ ਮਨ ਰੂਪੀ ਸਰੀਰ ਦੇ ਨਾਸ ਹੋਇਆ ਕਲਿਆਣ ਹੁੰਦਾ ਹੈ ਉਸ ਨੂੰ ਪਾਲਦਾ ਹੈ। ਕਿ ਦੇਖੋ ਇਹ ਮੋਹ ਇਹੋ ਜਿਹੀ ਚੀਜ਼ ਹੈ ਕਿ ਇਹ ਜੋ ਸਾਡੀ ਸਥੂਲ ਰੂਪ ਦੇਹ ਹੈ, ਸਾਡਾ ਸਰੀਰ ਹੈ, ਉਹ ਨਾਸ਼ਵੰਤ ਹੈ ਤੇ ਉਸ ਤੇ ਕਿਸੇ ਨਾ ਕਿਸੇ ਰੱਖਣ ਦਾ ਇਹ ਮੋਹ ਉਪਾਅ ਕਰਦਾ ਹੈ। ਪਰ ਇਹ ਸਰੀਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਮੇਸ਼ਾ ਸਾਡੇ ਨਾਲ ਰਹਿਣ ਵਾਲਾ ਨਹੀਂ ਹੈ। ਤੇ ਇਹ ਜਿਹੜਾ ਮਨ ਰੂਪੀ ਸਰੀਰ ਹੈ, ਜਦੋਂ ਇਸ ਦਾ ਨਾਸ ਹੁੰਦਾ ਹੈ ਫਿਰ ਹੀ ਸਾਡੀ ਕਲਿਆਣ ਹੁੰਦੀ ਹੈ। ਇਹ ਜੋ ਮੋਹ ਹੈ ਉਹ ਆਪਣੇ ਸਰੀਰ ਨੂੰ ਪਾਲਦਾ ਹੈ ਕਿ ਹਮੇਸ਼ਾ ਸਰੀਰ ਸਾਡੇ ਨਾਲ ਰਵੇ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਮੋਹ ਨੂੰ ਤਿਆਗ ਕੇ ਹੀ ਸਾਡੀ ਕਲਿਆਣ ਹੋਣੀ ਹੈ। ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਸਾਰੇ ਮੋਹ ਦੇ ਆਰੰਭ ਮਿਥਿਆ ਭਰਮ ਤੋਂ ਦ੍ਰਿੜ ਹੋਏ ਹਨ। ਬੇਅੰਤ ਆਤਮ ਤੱਤ ਵਿੱਚ ਕੋਈ ਕਲਪਨਾ ਨਹੀਂ। ਕੌਣ ਕਿਸ ਨੂੰ ਆਖੇ ਕਿ ਜਦੋਂ ਦਾ ਸਾਡੇ ਵਿੱਚ ਮੋਹ ਪੈਦਾ ਹੋਇਆ ਹੈ, ਸ਼ੁਰੂ ਹੋਇਆ ਹੈ, ਇੱਕ ਮਿਥਿਆ ਭਰਮ ਦੇ ਰੂਪ ਵਿੱਚ ਸਾਡੇ ਵਿੱਚ ਭਰਮ ਆ ਗਿਆ ਹੈ। ਔਰ ਅਸੀਂ ਜੋ ਸਾਡੀ ਬੇਅੰਤ ਆਤਮਾ ਉਹ ਪਰਮਾਤਮਾ ਦਾ ਤੱਤ ਹੈ, ਉਹਦੇ ਵਿੱਚ ਕੋਈ ਕਲਪਨਾ ਨਹੀਂ, ਉਸ ਦੇ ਨਾਲ ਨਹੀਂ ਜੁੜਦੇ ਤੇ ਕੌਣ ਕਿਸੇ ਨੂੰ ਕੀ ਆਖ ਸਕਦਾ ਹੈ। ਜੋ ਕੁਝ ਵੱਖਪੁਣਾ ਦਿਸਦਾ ਹੈ ਉਹ ਹੈ ਹੀ ਨਹੀਂ ਤੇ ਜੀਵ ਬ੍ਰਹਮ ਤੋਂ ਵੱਖ ਨਹੀਂ ਹੈ। ਕਿ ਜੋ ਕੁਛ ਸਾਡੀ ਆਤਮਾ ਉਹ ਪਰਮਾਤਮਾ ਤੋਂ ਵੱਖਰੀ ਚੀਜ਼ ਹੈ ਉਹ ਤਾਂ ਹੈ ਹੀ ਨਹੀਂ, ਇੱਕ ਝੂਠਾ ਭਰਮ ਹੈ। ਔਰ ਜੀਵ ਬ੍ਰਹਮ ਤੋਂ ਵੱਖ ਨਹੀਂ, ਜੀਵ ਪਰਮਾਤਮਾ ਤੋਂ ਵੱਖ ਨਹੀਂ ਹੈ, ਪਰਮਾਤਮਾ ਦਾ ਹੀ ਰੂਪ ਹੈ। ਪਰ ਅਸੀਂ ਆਪਣੇ ਸਰੀਰ ਵੱਲ ਦੇਖਦੇ ਹਾਂ, ਜੋ ਆਤਮਾ ਹੈ ਉਹ ਪਰਮਾਤਮਾ ਦਾ ਰੂਪ ਹੈ, ਅਸੀਂ ਉਹਦੇ ਵੱਲ ਨਹੀਂ ਦੇਖਦੇ। ਇਹ ਮੋਹ ਦਾ ਕਾਰਨ ਬਣਦਾ ਹੈ। ਉਸ ਬ੍ਰਹਮ ਤੱਤ ਵਿੱਚ ਕਿਸ ਨੂੰ ਬੰਧਨ ਆਖੀਏ ਤੇ ਕਿਸ ਨੂੰ ਮੋਖ ਆਖੀਏ। ਅਸਲ ਵਿੱਚ ਨਾ ਕੋਈ ਬੰਧਨ ਹੈ ਨਾ ਮੋਖ ਹੈ, ਕਿਉਂਕਿ ਆਤਮ ਸਤਾ ਬੇਅੰਤ ਰੂਪ ਹੈ। ਤਾਂ ਉਹ ਪਰਮਾਤਮਾ ਦਾ ਜੋ ਤੱਤ ਹੈ, ਪਰਮਾਤਮਾ ਵਿੱਚ ਕਿਸ ਨੂੰ ਅਸੀਂ ਬੰਧਨ ਸਮਝੀਏ, ਕਿਸ ਨੂੰ ਅਸੀਂ ਬੰਧਨ ਕਹਿ ਸਕਦੇ ਹਾਂ, ਵੱਜਣ ਵਾਲੀ ਚੀਜ਼ ਕਹਿ ਸਕਦੇ ਹਾਂ, ਜਾਂ ਕਿਸ ਨੂੰ ਅਸੀਂ ਮੁਕਤੀ ਕਹਿ ਸਕਦੇ ਹਾਂ। ਅਸਲ ਵਿੱਚ ਨਾ ਕੋਈ ਬੰਧਨ ਵਾਲੀ ਗੱਲ ਹੈ ਤੇ ਨਾ ਕੋਈ ਮੁਕਤੀ ਵਾਲੀ ਗੱਲ ਹੈ, ਕਿਉਂਕਿ ਆਤਮ ਤਤ ਸਤਾ ਬੇਅੰਤ ਰੂਪ ਹੈ। ਅਸਲ ਦੇ ਵਿੱਚ ਜੋ ਪਰਮਾਤਮਾ ਦੀ ਸ਼ਕਤੀ ਹੈ ਉਹ ਬੇਅੰਤ ਰੂਪ ਹੈ, ਉਹਦਾ ਕੋਈ ਅੰਤ ਨਹੀਂ ਹੈ। ਅਸਲ ਵਿੱਚ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ, ਦਵੈਤ ਕਲਪਨਾ ਕੋਈ ਨਹੀਂ, ਸਿਰਫ ਬ੍ਰਹਮ ਸਤਾ ਆਪਣੇ ਆਪ ਵਿੱਚ ਹੈ। ਕਿ ਇਹ ਜੋ ਸੰਸਾਰ ਦੀ ਕਲਪਨਾ ਹੈ ਅਸਲ ਦੇ ਵਿੱਚ ਇੱਕ ਮਿਥਿਆ ਭਰਮ ਹੈ ਨਹੀਂ। ਇਹ ਸਿਰਫ ਉਹ ਪਰਮਾਤਮਾ ਦੀ ਸ਼ਕਤੀ ਹੈ ਆਪਣੇ ਆਪ ਵਿੱਚ ਟਿਕੀ ਹੋਈ, ਉਸ ਤੋਂ ਵੱਖਰੀ ਨਹੀਂ ਹੈ, ਉਸ ਦਾ ਹੀ ਇੱਕ ਚਮਤਕਾਰ ਹੈ। ਆਤਮ ਤਤ ਬੇਅੰਤ ਹੈ, ਉਹੀ ਅਗਿਆਨ ਕਰਕੇ ਹੋਰ ਵਾਂਗ ਲੱਗਦਾ ਹੈ। ਜੋ ਆਤਮਾ ਹੈ ਉਹ ਪਰਮਾਤਮਾ ਹੈ, ਉਹ ਤਤ ਜਿਹੜਾ ਹੈ ਬੇਅੰਤ ਹੈ, ਉਹਦਾ ਕੋਈ ਅੰਤ ਨਹੀਂ ਹੈ। ਅਗਿਆਨਤਾ ਦਾ ਕਰਕੇ ਉਹ ਹੋਰ ਵਾਂਗ ਲੱਗਦਾ ਹੈ, ਪਰ ਉਹ ਇਹੋ ਜਿਹਾ ਸੱਚ ਹੈ ਜਿਹੜਾ ਹਮੇਸ਼ਾ ਸੱਚ ਰਹਿੰਦਾ ਹੈ। ਉਹ ਸੱਚ ਆਪਣੇ ਆਪ ਦੇ ਵਿੱਚ ਟਿਕਿਆ ਹੋਇਆ ਹੈ। ਜਦ ਜੀਵ ਅਨਾਤਮ ਵਿੱਚ ਆਤਮ ਅਭਿਮਾਨ ਕਰਦਾ ਹੈ ਤਦ ਵਕਤ ਕਲਪਨਾ ਹੁੰਦੀ ਹੈ ਤੇ ਸਰੀਰ ਨੂੰ ਠੋਸ ਰੂਪ ਸਮਝ ਕੇ ਕਸ਼ਟ ਭੋਗਦਾ ਹੈ। ਪਰ ਆਤਮ ਪਦ ਵਿੱਚ ਭੇਦ ਅਭੇਦ ਵਿਕਾਰ ਕੋਈ ਨਹੀਂ, ਕਿਉਂਕਿ ਉਹ ਤਾਂ ਨਿਤ ਸ਼ੁੱਧ ਬੋਧ ਤੇ ਅਵਿਨਾਸ਼ੀ ਪੁਰਸ਼ ਹੈ। ਸੋ ਦੇਖੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਜੀਵ
ਅਨਾਤਮ, ਉਹ ਬਗੈਰ ਆਤਮਾ ਤੋਂ ਜੋ ਵੀ ਹੈ, ਜਿਸ ਤਰ੍ਹਾਂ ਸਾਡਾ ਸਰੀਰ ਹੈ, ਉਹਦੇ ਵਿੱਚ ਜਦੋਂ ਅਭਿਮਾਨ ਕਰਦਾ ਹੈ ਤਾਂ ਫਿਰ ਵੱਖ ਕਲਪਨਾ ਹੁੰਦੀ ਹੈ। ਤੇ ਮਨ ਦਾ ਕਰਕੇ ਜੀਵ ਆਪਣੇ ਸਰੀਰ ਨੂੰ ਠੋਸ ਰੂਪ ਸਮਝ ਕੇ ਕਿ ਸੱਚ ਹੈ, ਕਸ਼ਟ ਭੋਗਦਾ ਹੈ। ਪਰ ਆਤਮ ਪਦ ਜੋ ਪਰਮਾਤਮਾ ਦਾ ਪਦ ਹੈ, ਉਹਦੇ ਵਿੱਚ ਭੇਦ ਅਭੇਦ ਕੋਈ ਵਿਕਾਰ ਨਹੀਂ ਹੈ, ਉਹ ਵਿਕਾਰਾਂ ਤੋਂ ਰਹਿਤ ਹੈ। ਪਰਮਾਤਮਾ ਦੇਖੋ ਨਿਤ ਹੈ, ਸ਼ੁੱਧ ਬੋਧ ਤੇ ਅਵਿਨਾਸ਼ੀ ਹੈ। ਪਰਮਾਤਮਾ ਪਹਿਲੋਂ ਵੀ ਸੀ, ਹੁਣ ਵੀ ਅੱਗੇ ਉਸ ਪਰਮਾਤਮਾ ਨੇ ਹੀ ਰਹਿਣਾ ਹੈ ਤੇ ਪਰਮਾਤਮਾ ਹੀ ਸ਼ੁੱਧ ਗਿਆਨ ਸਰੂਪ ਹੈ। ਆਤਮਾ ਵਿੱਚ ਨਾ ਕੋਈ ਵਿਕਾਰ ਹੈ, ਨਾ ਬੰਧਨ ਹੈ, ਨਾ ਮੋਖ ਹੈ, ਕਿਉਂਕਿ ਆਤਮ ਤਤ ਬੇਅੰਤ ਰੂਪ ਵਿਕਾਰ ਰਹਿਤ ਅਸ਼ੇਤ ਨਿਰਾਕਾਰ ਤੇ ਅਦਵੈਤ ਰੂਪ ਹੈ। ਉਸ ਨੂੰ ਬੰਧਨ ਵਿਕਾਰ ਕਪਲਾ ਕਿਵੇਂ ਹੋਵੇ? ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਜਿਹੜੀ ਸਾਡੀ ਆਤਮਾ ਹੈ, ਇਹਦੇ 'ਚ ਕੋਈ ਵਿਕਾਰ ਨਹੀਂ ਹੈ, ਕੋਈ ਸੰਸਾਰੀ ਵਿਸ਼ੇ ਵਾਲੀ ਗੱਲ ਨਹੀਂ ਹੈ, ਲੋਭ ਮੋਹ ਹੰਕਾਰ ਕੋਈ ਚੀਜ਼ ਇਹੋ ਜਿਹੀ ਚੀਜ਼ ਨਹੀਂ ਹੈ। ਨਾ ਆਤਮਾ ਦੇ ਵਿੱਚ ਕੋਈ ਬੰਧਨ ਹੈ, ਨਾ ਕੋਈ ਮੁਕਤੀ ਵਾਲੀ ਗੱਲ ਹੈ, ਕਿਉਂਕਿ ਜੋ ਆਤਮ ਤੱਤ ਹੈ ਉਹ ਪਰਮਾਤਮਾ ਦਾ ਤੱਤ ਹੈ, ਉਹ ਬੇਅੰਤ ਰੂਪ ਹੈ, ਉਹਦਾ ਕੋਈ ਅੰਤ ਨਹੀਂ, ਨਾ ਹੀ ਉਹਦੇ ਵਿੱਚ ਕੋਈ ਵਿਕਾਰ ਹੈ। ਉਹ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ ਤੇ ਅਦਵੈਤ ਰੂਪ ਹੈ। ਕੋਈ ਸੰਸਾਰੀ ਚੀਜ਼ ਉਸ ਦੇ ਨਾਲ ਨਹੀਂ ਜੁੜਦੀ। ਤੇ ਫਿਰ ਅਸੀਂ ਉਸ ਨੂੰ, ਉਸ ਪਰਮਾਤਮਾ ਦੇ ਪਦ ਨੂੰ, ਉਸ ਪਰਮਾਤਮਾ ਨੂੰ, ਸਾਡੀ ਆਤਮਾ ਨੂੰ ਬੰਧਨ ਵਿਕਾਰ ਕਲਪਨਾ ਕਿਵੇਂ ਉਸ ਨੂੰ ਹੋ ਸਕਦੀ ਹੈ? ਕਿਵੇਂ ਕਹੀਏ ਕਿ ਉਸ ਵਿੱਚ ਵਿਕਾਰ ਆ ਸਕਦੇ ਹਨ ਜਾਂ ਕੋਈ ਕਲਪਨਾ ਉੱਠ ਸਕਦੀ ਹੈ? ਗੁਰੂ ਪਿਆਰੀ ਸਾਧ ਸੰਗਤ ਜੀ, ਆਤਮਾ ਔਰ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ। ਆਤਮਾ ਸਾਡੀ ਉਸ ਪਰਮਾਤਮਾ ਦਾ ਅੰਸ਼ ਹੈ। ਜਿਸ ਤਰ੍ਹਾਂ ਪਰਮਾਤਮਾ ਹੈ ਸੱਚ, ਉਸੇ ਹੀ ਤਰ੍ਹਾਂ ਸਾਡੀ ਆਤਮਾ ਹੈ। ਇਸ ਕਰਕੇ ਸਾਡੀ ਆਤਮਾ ਨੂੰ ਨਾ ਕੋਈ ਬੰਧਨ ਹੈ, ਨਾ ਮੁਕਤੀ ਵਾਲੀ ਕੋਈ ਗੱਲ ਹੈ, ਨਾ ਉਹਦੇ ਵਿੱਚੋਂ ਕੋਈ ਕਲਪਨਾ ਉੱਠਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰੇਕ ਦਾ ਸਮਾਂ ਆ ਰਿਹਾ ਹੈ। ਬ੍ਰੇਕ ਤੋਂ ਬਾਅਦ ਅਸੀਂ ਇੱਕ ਵਾਰੀ ਫੇਰ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। भगवान वाल्मीकि महाराज की। पाया तेरे दरे तो रहमत हजारा, पाया तेरे दरे तो रहमत हजारा। शुक्र गुजारा तेरा, शुक्र गुजारा, शुक्र गुजारा तेरा, शुक्र गुजारा। दर दर रोलनी सा किसे ना संभालिया, दर दर रोलनी सा किसे
बोले सो निरभय। भगवान वाल्मीकि महाराज की जय। ਗੁਰੂ ਰੂਪ ਸਾਧ ਸੰਗਤ ਜੀ, ਬ੍ਰੇਕ ਤੋਂ ਬਾਅਦ ਅਸੀਂ ਫੇਰ ਕਾਂਸ਼ੀ ਟੀਵੀ ਦੇ ਮਾਧਿਅਮ ਰਾਹੀਂ ਆਪ ਦੇ ਨਾਲ ਜੁੜਦੇ ਹਾਂ। ਭਗਵਾਨ ਵਾਲਮੀਕ ਜੀ ਦੀ ਪੁੱਤਰ ਬਾਣੀ ਸ਼੍ਰੀ ਯੋਗ ਵਸ਼ਿਸ਼ਟ ਮਹਾਰਾਮਾਇਣ ਦੀ ਕਥਾ ਚੱਲ ਰਹੀ ਹੈ। ਇਸ ਦੇ ਵਿੱਚ ਜੋ ਵਿਚਾਰ ਹਨ ਭਗਵਾਨ ਵਾਲਮੀਕ ਜੀ ਦੇ ਆਪ ਦੇ ਨਾਲ ਸਾਂਝੇ ਕਰ ਰਹੇ ਹਾਂ। ਬ੍ਰੇਕ ਤੋਂ ਪਹਿਲਾਂ ਭਗਵਾਨ ਵਾਲਮੀਕ ਜੀ ਨੇ ਸਾਨੂੰ ਦੱਸਿਆ ਸੀ ਕਿ ਆਤਮ ਤੱਤ ਜੋ ਹੈ ਬੇਅੰਤ ਰੂਪ, ਵਿਕਾਰ ਰਹਿਤ, ਅਸ਼ੇਦ, ਨਿਰਾਕਾਰ ਤੇ ਅਦਵੈਤ ਰੂਪ ਹੈ। ਉਸ ਨੂੰ ਬੰਧਨ, ਵਿਕਾਰ, ਕਲਪਨਾ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ। ਫਿਰ ਭਗਵਾਨ ਵਾਲਮੀਕ ਜੀ ਅੱਗੇ ਪ੍ਰਸੰਗ ਨੂੰ ਲੈ ਕੇ ਚੱਲਦੇ ਹਨ। ਦੇਹ ਦੇ ਨਸ਼ਟ ਹੋਇਆ ਆਤਮਾ ਨਸ਼ਟ ਨਹੀਂ ਹੁੰਦਾ। ਇਹ ਸਾਡਾ ਸਰੀਰ ਹੈ ਜੋ ਵਿਨਾਸ਼ ਹੋ ਜਾਂਦਾ ਹੈ, ਪਰ ਸਾਡੀ ਆਤਮਾ ਜੋ ਹੈ, ਇਹ ਸਰੀਰ ਦੇ ਨਸ਼ਟ ਹੋਏ ਤੇ ਸਾਡੀ ਆਤਮਾ ਨਸ਼ਟ ਨਹੀਂ ਹੁੰਦੀ। ਜਿਵੇਂ ਚਮੜੀ ਵਿੱਚ ਆਕਾਸ਼ ਹੁੰਦਾ ਹੈ ਤਾਂ ਉਹ ਚਮੜੀ ਦੇ ਨਾਸ਼ ਹੋਇਆ ਨਸ਼ਟ ਨਹੀਂ ਹੁੰਦਾ, ਤਿਵੇਂ ਹੀ ਦੇਹ ਦੇ ਨਾਸ਼ ਹੋਇਆ ਆਤਮਾ ਨਸ਼ਟ ਨਹੀਂ ਹੁੰਦਾ। ਕਿ ਜਿਸ ਤਰ੍ਹਾਂ ਦੇਖੋ ਚਮੜੀ ਵਿੱਚ ਆਕਾਸ਼ ਹੁੰਦਾ ਹੈ ਤੇ ਜੇ ਉਹ ਚਮੜੀ ਦਾ ਨਾਸ਼ ਹੋ ਜਾਵੇ ਤੇ ਉਹ ਆਕਾਸ਼ ਦਾ ਨਾਸ਼ ਨਹੀਂ ਹੁੰਦਾ। ਬਿਲਕੁਲ ਇਸੇ ਹੀ ਤਰ੍ਹਾਂ ਦੇਹ ਦੇ ਨਾਸ਼, ਇਹ ਸਰੀਰ ਦੇ ਨਾਸ਼ ਹੋਇਆ ਆਤਮਾ ਨਸ਼ਟ ਨਹੀਂ ਹੁੰਦਾ। ਸਾਡੀ ਆਤਮਾ ਪਰਮਾਤਮਾ ਦੀ ਤਰ੍ਹਾਂ ਹੈ, ਪਹਿਲੋਂ ਵੀ ਸੀ, ਹੁਣ ਵੀ ਉਸ ਆਤਮਾ ਨੇ ਰਹਿਣਾ ਹੈ ਤੇ ਅੱਗੇ ਚੱਲ ਕੇ ਵੀ ਉਸੇ ਆਤਮਾ ਨੇ ਰਹਿਣਾ ਹੈ। ਇਹ ਸਰੀਰ ਭਾਵੇਂ ਖਤਮ ਹੋ ਜਾਵੇ। ਜਿਵੇਂ ਫੁੱਲ ਦੇ ਨਾਸ਼ ਹੋਇਆ ਖੁਸ਼ਬੂ ਆਕਾਸ਼ ਵਿੱਚ ਲੀਨ ਹੁੰਦੀ ਹੈ, ਜਿਵੇਂ ਕਮਲ ਬਰਫ਼ ਪੈਂਦੀ ਹੈ ਤਾਂ ਕਮਲ ਨਸ਼ਟ ਹੋ ਜਾਂਦਾ ਹੈ, ਪੌੜਾ ਨਸ਼ਟ ਨਹੀਂ ਹੁੰਦਾ। ਤੇ ਜਿਵੇਂ ਬੱਦਲ ਦੇ ਨਾਸ਼ ਹੋਇਆ ਹਵਾ ਦਾ ਨਾਸ਼ ਨਹੀਂ ਹੁੰਦਾ, ਤਿਵੇਂ ਹੀ ਦੇਹ ਦੇ ਨਾਸ਼ ਹੋਇਆ ਆਤਮਾ ਦਾ ਨਾਸ਼ ਨਹੀਂ ਹੁੰਦਾ। ਸੋ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਿਸ ਤਰ੍ਹਾਂ ਇੱਕ ਫੁੱਲ ਹੁੰਦਾ ਹੈ, ਉਹਦੇ 'ਚ ਖੁਸ਼ਬੂ ਹੁੰਦੀ ਹੈ ਤੇ ਫੁੱਲ ਜਦੋਂ ਖਤਮ ਹੋ ਜਾਂਦਾ ਹੈ ਉਹਦੀ ਖੁਸ਼ਬੂ ਜਿਹੜੀ ਹੈ ਉਹ ਆਕਾਸ਼ ਦੇ ਵਿੱਚ, ਖਾਲੀਪਨ ਦੇ ਵਿੱਚ ਲੀਨ ਹੋ ਜਾਂਦੀ ਹੈ। ਔਰ ਜਿਸ ਤਰ੍ਹਾਂ ਇੱਕ ਕਮਲ ਫੁੱਲ ਹੁੰਦਾ ਹੈ, ਉੱਤੇ ਬਰਫ਼ ਪੈਂਦੀ ਹੈ ਤੇ ਕਮਲ ਨਸ਼ਟ ਹੋ ਜਾਂਦਾ ਹੈ। ਜਿਹੜਾ ਭੌਰਾ ਹੁੰਦਾ ਹੈ ਉਹ ਫੁੱਲ ਦੇ ਉੱਤੇ ਆ ਕੇ ਬੈਠਦਾ, ਉਹ ਨਸ਼ਟ ਨਹੀਂ ਹੁੰਦਾ। ਤੇ ਜਿਵੇਂ ਬੱਦਲ ਆਕਾਸ਼ ਦੇ ਵਿੱਚੋਂ ਜਦੋਂ ਨਸ਼ਟ ਹੋ ਜਾਂਦੇ ਹਨ ਤੇ ਹਵਾ ਦਾ ਨਾਸ਼ ਨਹੀਂ ਹੁੰਦਾ, ਬਿਲਕੁਲ ਇਸੇ ਹੀ ਤਰ੍ਹਾਂ ਇਹ ਦੇਹ ਦੇ ਨਾਸ਼ ਹੋਇਆ ਆਤਮਾ ਦਾ ਨਾਸ਼ ਨਹੀਂ ਹੁੰਦਾ। ਕਿਉਂਕਿ ਜਦੋਂ ਇਹ ਸਰੀਰ ਨੂੰ ਮ੍ਰਿਤਿੂ ਆਉਂਦੀ ਹੈ, ਦੇਹ ਇਹਦੇ 'ਚੋਂ ਨਿਕਲ ਜਾਂਦੀ ਹੈ ਔਰ ਇਹ ਸਰੀਰ ਨਸ਼ਟ ਹੋ ਜਾਂਦਾ ਹੈ, ਪਰ ਆਤਮਾ ਜਿਉਂ ਦੀ ਤਿਉਂ ਰਹਿੰਦੀ ਹੈ। ਸਾਰਿਆਂ ਦਾ ਸਰੀਰ ਮਨ ਹੈ ਤੇ ਉਹ ਆਤਮਾ ਦੀ ਸ਼ਕਤੀ ਹੈ। ਉਸ ਵਿੱਚ ਇਹ ਸਰੀਰ ਆਦਿਕ ਜਗਤ ਰਚਿਆ ਹੈ। ਕਿ ਸਾਰਿਆਂ ਦਾ ਸਰੀਰ ਅਸਲ ਦੇ ਵਿੱਚ ਇਹ ਮਨ ਹੈ, ਕਿਉਂਕਿ ਮਨ ਦੀ ਕਲਪਨਾ ਨਾਲ ਇਹ ਸਰੀਰ ਰਚਿਆ ਹੈ। ਪਰ ਇਹ ਵੀ ਆਤਮਾ ਦੀ ਸ਼ਕਤੀ ਹੈ ਔਰ ਉਸ ਦੇ ਵਿੱਚ ਇਹ ਸਰੀਰ ਆਦਿਕ ਜਗਤ ਰਚਿਆ ਗਿਆ ਹੈ। ਜੋ ਕੁਛ ਵੀ ਹੈ ਇਹ ਪਰਮਾਤਮਾ ਦੀ ਸ਼ਕਤੀ ਦਾ ਹੀ ਇੱਕ ਚਮਤਕਾਰ, ਉਹਦੀ ਝਲਕ ਹੈ। ਉਸ ਮਨ ਦਾ ਗਿਆਨ ਬਿਨਾਂ ਨਾਸ਼ ਨਹੀਂ ਹੁੰਦਾ, ਤਾਂ ਫਿਰ ਸਰੀਰ ਆਦਿ ਦੇ ਨਸ਼ਟ ਹੋਇਆ ਆਤਮਾ ਦਾ ਨਾਸ਼ ਕਿਵੇਂ ਹੋਏ। ਕਿ ਜੋ ਮਨ ਦਾ ਗਿਆਨ ਬਿਨਾਂ, ਇਹ ਮਨ ਜੋ ਹੈ ਬਿਨਾਂ ਗਿਆਨ ਇਹਦੀ ਸ਼ਕਤੀ ਖਤਮ ਨਹੀਂ ਹੋ ਸਕਦੀ। ਤੇ ਫਿਰ ਇਹ ਜੋ ਸਰੀਰ ਹੈ ਇਹਦੇ ਖਤਮ ਹੋਇਆ ਆਤਮਾ ਦਾ ਨਾਸ਼ ਕਿਸ ਤਰ੍ਹਾਂ ਹੋ ਸਕਦਾ ਹੈ। ਇਹ ਸਾਡਾ ਜੋ ਮਨ ਹੈ ਸਾਡੇ ਤੇ ਹਾਵੀ ਹੋ ਗਿਆ ਹੈ, ਪਰ ਜਦੋਂ ਅਸੀਂ ਸੰਤ ਮਹਾਤਮਾ ਦੀ ਸੰਗਤ ਕਰਦੇ ਹਾਂ, ਸਤਸੰਗ ਦੇ ਵਿੱਚ ਜਾਂਦੇ ਹਾਂ, ਫਿਰ ਅਸੀਂ ਹੌਲੀ ਹੌਲੀ ਆਪਣੇ ਮਨ ਨੂੰ ਕਾਬੂ ਵਿੱਚ ਕਰ ਸਕਦੇ ਹਾਂ। ਗਿਆਨ ਬਿਨਾਂ ਇਹ ਮਨ ਦੀ ਸ਼ਕਤੀ ਖਤਮ ਨਹੀਂ ਹੁੰਦੀ। ਸਰੀਰ ਦੇ ਨਸ਼ਟ ਹੋਇਆ ਤੁਹਾਡਾ ਨਾਸ਼ ਨਹੀਂ ਹੋਵੇਗਾ। ਤੁਸੀਂ ਕਿਉਂ ਮਿੱਥਿਆ ਦੁਖੀ ਹੁੰਦੇ ਹੋ?
ਤੁਸੀਂ ਤਾਂ ਨਿਤ ਸ਼ੁੱਧ ਤੇ ਸ਼ਾਂਤ ਰੂਪ ਆਤਮਾ ਹੋ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਇਹ ਸਰੀਰ ਜਦੋਂ ਨਸ਼ਟ ਹੋ ਜਾਂਦਾ, ਖਤਮ ਹੋ ਜਾਂਦਾ ਹੈ, ਤੇ ਤੁਹਾਡਾ ਅਸਲ ਦੇ ਵਿੱਚ ਨਾਸ਼ ਨਹੀਂ ਹੁੰਦਾ, ਕਿਉਂਕਿ ਤੁਹਾਡਾ ਸੱਚ ਜੋ ਹੈ ਉਹ ਆਤਮਾ ਹੈ। ਫਿਰ ਤੁਸੀਂ ਇਹ ਮਿੱਥਿਆ ਸਰੀਰ ਤੋਂ ਕਿਉਂ ਦੁਖੀ ਹੁੰਦੇ ਹੋ? ਜੇ ਸਾਡਾ ਸੱਚ ਜੋ ਹੈ ਸਾਡੀ ਆਤਮਾ ਹੈ, ਪਰਮਾਤਮਾ ਦੀ ਤਰ੍ਹਾਂ ਨਿਤ ਹੈ, ਸ਼ੁੱਧ ਤੇ ਸ਼ਾਂਤ ਰੂਪ ਹੈ, ਬਿਲਕੁਲ ਪਰਮਾਤਮਾ ਦੀ ਤਰ੍ਹਾਂ ਹੈ। ਜਿਵੇਂ ਬੱਦਲ ਦੇ ਮਿਟਣ ਨਾਲ ਹਵਾ ਨਹੀਂ ਘਟਦੀ ਤੇ ਕਮਲਾਂ ਦੇ ਸੁੱਕਣ ਨਾਲ ਪੌਰਾ ਨਸ਼ਟ ਨਹੀਂ ਹੁੰਦਾ, ਤਿਵੇਂ ਹੀ ਦੇਹ ਦੇ ਨਸ਼ਟ ਹੋਇਆਂ ਆਤਮਾ ਨਹੀਂ ਨਸ਼ਟ ਹੁੰਦਾ। ਸੋ ਭਗਵਾਨ ਵਾਲਮੀਕ ਜੀ ਸਾਨੂੰ ਸਮਝਾਉਂਦੇ ਹਨ ਕਿ ਜਦੋਂ ਆਕਾਸ਼ ਦੇ ਵਿੱਚੋਂ ਬੱਦਲ ਮਿਟ ਜਾਂਦੇ ਹਨ, ਹਵਾ ਉਹ ਨਹੀਂ ਘਟਦੀ, ਉੱਥੇ ਹੀ ਰਹਿੰਦੀ ਹੈ। ਜਿਸ ਤਰ੍ਹਾਂ ਕਮਲਾਂ ਦੇ ਫੁੱਲਾਂ ਦੇ ਸੁੱਕਣ ਨਾਲ ਭੌਰਾ ਜਿਹੜਾ ਉਹਨਾਂ 'ਤੇ ਘੁੰਮਦਾ ਹੈ ਉਹ ਖਤਮ ਨਹੀਂ ਹੁੰਦਾ, ਬਿਲਕੁਲ ਇਸੇ ਹੀ ਤਰ੍ਹਾਂ ਇਹ ਜਿਹੜਾ ਸਾਡਾ ਸਰੀਰ ਹੈ ਇਹਦੇ ਨਸ਼ਟ ਹੋਇਆ ਆਤਮਾ ਨਸ਼ਟ ਨਹੀਂ ਹੁੰਦਾ। ਸੰਸਾਰ ਵਿੱਚ ਖੇਡ ਕਰਨ ਵਾਲਾ ਜੋ ਮਨ ਹੈ ਉਸ ਦਾ ਸੰਸਾਰ ਵਿੱਚ ਨਾਸ਼ ਨਹੀਂ ਹੁੰਦਾ, ਤਾਂ ਆਤਮਾ ਦਾ ਨਾਸ਼ ਕਿਵੇਂ ਹੋਵੇ ਕਿ ਸੰਸਾਰ ਦੇ ਵਿੱਚ ਖੇਡ ਕਰਨ ਵਾਲਾ ਜੋ ਮਨ ਹੈ, ਇਹ ਮਨ ਜਿਹੜਾ ਹੈ ਇਹ ਸੰਸਾਰ ਦੇ ਜੋ ਕੁਝ ਅਸੀਂ ਕਰਦੇ ਹਾਂ ਇਹ ਮਨ ਸਾਡੇ ਤੋਂ ਕਰਾਉਂਦਾ ਹੈ ਤੇ ਉਹਦਾ ਸੰਸਾਰ ਵਿੱਚ ਨਾਸ਼ ਨਹੀਂ ਹੁੰਦਾ, ਤਾਂ ਆਤਮਾ ਦਾ ਨਾਸ਼ ਕਿਸ ਤਰ੍ਹਾਂ ਹੋ ਸਕਦਾ ਹੈ? ਜਿਵੇਂ ਘਟ ਦੇ ਨਾਸ਼ ਹੋਇਆ ਘਟਾਕਾਸ਼ ਦਾ ਨਾਸ਼ ਨਹੀਂ ਹੁੰਦਾ, ਇਹ ਜਿਸ ਤਰ੍ਹਾਂ ਜੋ ਬੱਦਲ ਹੁੰਦੇ ਹਨ ਉਹ ਨਾਸ਼ ਹੋ ਜਾਂਦੇ ਹਨ, ਪਰ ਉਹ ਜਿਹੜਾ ਜਿੱਥੇ ਬੱਦਲ ਹੁੰਦੇ ਹਨ ਆਕਾਸ਼, ਉਹਦਾ ਨਾਸ਼ ਨਹੀਂ ਹੁੰਦਾ। ਜਿਵੇਂ ਪਾਣੀ ਦੇ ਕੁੰਡ ਵਿੱਚ ਸੂਰਜ ਦਾ ਪਰਛਾਵਾਂ ਪੈਂਦਾ ਹੈ ਤੇ ਉਸ ਦਾ ਕੁੰਡ ਦੇ ਨਾਸ਼ ਹੋਇਆ ਪਰਛਾਵਾਂ ਨਹੀਂ ਹੁੰਦਾ। ਜੇ ਉਸ ਪਾਣੀ ਨੂੰ ਹੋਰ ਠੋਰ ਲੈ ਜਾਈਏ ਤਾਂ ਪਰਛਾਵਾਂ ਵੀ ਚੱਲਦਾ ਦਿਸਦਾ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਇੱਕ ਹੋਰ ਉਦਾਹਰਣ ਦਿੰਦੇ ਹਨ ਕਿ ਜਿਵੇਂ ਪਾਣੀ ਦਾ ਕੁੰਡ ਜਿਹੜਾ ਹੁੰਦਾ ਹੈ ਉਹਦੇ ਵਿੱਚ ਸੂਰਜ ਦਾ ਪਰਛਾਵਾਂ ਪੈਂਦਾ ਹੈ ਤੇ ਉਹ ਕੁੰਡ ਦਾ ਨਾਸ਼ ਹੋ ਜਾਵੇ ਤੇ ਉਹ ਪਰਛਾਵੇਂ ਦਾ ਨਾਸ਼ ਨਹੀਂ ਹੁੰਦਾ, ਕਿਉਂਕਿ ਉਸੇ ਪਾਣੀ ਨੂੰ ਹੋਰ ਅਸੀਂ ਪਾਸੇ ਲੈ ਜਾਈਏ ਤੇ ਪਰਛਾਵਾਂ ਵੀ ਚੱਲਦਾ ਦਿਸਦਾ ਨਜ਼ਰ ਆਉਂਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਤਿਵੇਂ ਹੀ ਦੇਹ ਵਿੱਚ ਜੋ ਆਤਮਾ ਹੈ ਉਹ ਦੋ ਦੇਹ ਦੇ ਚੱਲਣ ਨਾਲ ਚੱਲਦਾ ਲੱਗਦਾ ਹੈ ਕਿ ਜਿਸ ਤਰ੍ਹਾਂ ਇਹ ਦੇਹ ਵਿੱਚ ਜੋ ਆਤਮਾ ਹੈ ਉਹ ਦੇਹ ਦੇ ਚੱਲਣ ਨਾਲ ਚੱਲਦਾ ਲੱਗਦਾ ਦਿਸਦਾ ਹੈ। ਜਿਵੇਂ ਕੱਟ ਦੇ ਫੁੱਟਣ ਨਾਲ ਘਟਾਕਾਸ਼ ਮਹਾਕਾਸ਼ ਵਿੱਚ ਟਿਕਦਾ ਹੈ, ਤਿਵੇਂ ਹੀ ਦੇਹ ਦੇ ਨਾਸ਼ ਹੋਇਆ ਆਤਮਾ ਦੁੱਖ ਰਹਿਤ ਪਦ ਵਿੱਚ ਟਿਕਦਾ ਹੈ। ਕਿ ਦੇਖੋ ਇੱਕ ਕੜਾ ਹੁੰਦਾ ਹੈ, ਜੇ ਉਹ ਟੁੱਟ ਜਾਵੇ ਤੇ ਉਹਦੇ ਵਿੱਚ ਜਿਹੜੀ ਹਵਾ ਹੁੰਦੀ ਹੈ ਉਹ ਬਾਕੀ ਦੀ ਜਿਹੜੀ ਹਵਾ ਹੁੰਦੀ ਹੈ ਉਹਦੇ ਵਿੱਚ ਰਲ ਜਾਂਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜਦੋਂ ਸਾਡੀ ਇਹ ਦੇਹ ਦਾ ਇਹ ਸਰੀਰ ਦਾ ਨਾਸ਼ ਹੁੰਦਾ ਹੈ ਤੇ ਸਾਡੀ ਜਿਹੜੀ ਆਤਮਾ ਹੈ ਉਹ ਦੁੱਖ ਰਹਿਤ ਪਦ ਵਿੱਚ ਟਿਕ ਜਾਂਦੀ ਹੈ। ਸਰੀਰਾਂ ਸਾਰਿਆਂ ਜੀਵਾਂ ਦਾ ਦੇਹ ਮਨ ਰੂਪੀ ਹੈ। ਸੋ ਇਹ ਜੋ ਸਾਰੇ ਜੀਵ ਹਨ ਇਹਨਾਂ ਦਾ ਜਿਹੜਾ ਸਰੀਰ ਹੈ ਉਹ ਮਨ ਰੂਪੀ ਹੈ। ਜਦ ਉਹ ਮਰਦਾ ਹੈ ਤਦ ਕੁਝ ਸਮੇਂ ਤੱਕ ਦੇਸ਼ ਕਾਲ ਤੇ ਪਦਾਰਥ ਦਾ ਭਾਵ ਹੋ ਜਾਂਦਾ ਹੈ ਤੇ ਇਸ ਪਿੱਛੋਂ ਫਿਰ ਪਦਾਰਥ ਪ੍ਰਤੀਤ ਹੁੰਦੇ ਹਨ। ਉਸ ਬੇਹੋਸ਼ੀ ਦਾ ਨਾਮ ਮੌਤ ਹੈ। ਕਿ ਇਹ ਜਿਹੜਾ ਜੀਵ ਹੈ ਇਹ ਸਾਰਿਆਂ ਜੀਵਾਂ ਦਾ ਜੋ ਸਰੀਰ ਹੈ ਉਹ ਮਨ ਰੂਪੀ ਹੈ ਤੇ ਜਦੋਂ ਉਹ ਮਰਦਾ ਹੈ ਤੇ ਕੁਝ ਸਮੇਂ ਤੱਕ ਜਿੱਥੇ ਉਹ ਹੁੰਦਾ ਹੈ ਇਹ ਜੋ ਸਮਾਂ ਤੇ ਜਿੰਨੇ ਵੀ ਪਦਾਰਥ ਹਨ ਉਹ ਸਾਰਿਆਂ ਦਾ ਅਭਾਵ ਹੋ ਜਾਂਦਾ ਹੈ। ਫਿਰ ਇਸ ਪਿੱਛੋਂ ਫਿਰ ਪਦਾਰਥ ਪ੍ਰਤੀਤ ਹੁੰਦੇ ਹਨ ਤੇ ਉਸ ਬੇਹੋਸ਼ੀ ਦਾ ਨਾਮ
ਮੌਤ ਹੈ। ਆਤਮਾ ਦਾ ਨਾਸ਼ ਤਾਂ ਨਹੀਂ ਹੁੰਦਾ, ਚਿੱਤ ਦੀ ਬੇਹੋਸ਼ੀ ਕਰਕੇ ਦੇਸ਼ ਕਾਲ ਤੇ ਪਦਾਰਥ ਨਹੀਂ ਹੋਣ ਦਾ ਨਾਮ ਮੌਤ ਹੈ। ਆਤਮਾ ਜਿਹੜੀ ਹੈ ਉਹ ਸਰੀਰ ਚੋਂ ਨਿਕਲ ਜਾਂਦੀ ਹੈ, ਉਹਦਾ ਕਦੀ ਵੀ ਨਾਸ਼ ਨਹੀਂ ਹੁੰਦਾ। ਇਹ ਜਿਹੜਾ ਸਾਡੀ ਮਨ ਦੀ ਸ਼ਕਤੀ ਚਿੱਤ ਹੈ, ਉਹਦੀ ਬੇਹੋਸ਼ੀ ਦਾ ਕਰਕੇ ਇਹ ਜਿੱਥੇ ਅਸੀਂ ਹੁੰਨੇ ਹਾਂ ਉਹ ਜਗ੍ਹਾ, ਇਹ ਸਮਾਂ ਜੋ ਚੱਲ ਰਿਹਾ ਹੈ ਤੇ ਜੋ ਪਦਾਰਥ ਹੈ, ਇਹਨਾਂ ਦੇ ਹੋਣ ਦਾ ਨਾਮ ਫਿਰ ਚਿੱਤ ਦੀ ਜਦੋਂ ਬੇਹੋਸ਼ੀ ਹੋ ਜਾਂਦੀ ਹੈ, ਇਸ ਨੂੰ ਅਸੀਂ ਮੌਤ ਕਹਿ ਸਕਦੇ ਹਾਂ। ਸੰਸਾਰ ਭਰਮ ਦਾ ਰਚਣ ਵਾਲਾ ਜੋ ਮਨ ਹੈ, ਉਸ ਦਾ ਗਿਆਨ ਰੂਪੀ ਅੱਗ ਤੋਂ ਨਾਸ਼ ਹੁੰਦਾ ਹੈ। ਆਤਮ ਸੱਤਾ ਦਾ ਨਾਸ਼ ਕਿਵੇਂ ਹੋਵੇ? ਦੇਖੋ, ਇਹ ਜੋ ਸੰਸਾਰ ਭਰਮ ਦਾ ਰਚਣ ਵਾਲਾ ਇਹ ਮਨ ਜੋ ਹੈ, ਕਿ ਸੰਸਾਰ ਜੋ ਹੈ ਇਹ ਮਨ ਦੀ ਕਲਪਨਾ ਹੈ। ਮਨ ਨੇ ਇਹ ਤਸਵੀਰ ਖਿੱਚ ਕੇ ਸਾਡੇ ਸਾਹਮਣੇ ਲਿਆਂਦੀ ਹੈ, ਔਰ ਗਿਆਨ ਰੂਪੀ ਅੱਗ ਜੋ ਹੈ ਉਸ ਤੋਂ ਇਸ ਮਨ ਦਾ ਨਾਸ਼ ਹੁੰਦਾ ਹੈ। ਔਰ ਜੋ ਆਤਮਿਕ ਸ਼ਕਤੀ ਹੈ, ਪਰਮਾਤਮਾ ਦੀ ਸ਼ਕਤੀ ਹੈ, ਉਸ ਦਾ ਨਾਸ਼ ਕਿਸ ਤਰ੍ਹਾਂ ਹੋ ਸਕਦਾ ਹੈ? ਦੇਸ਼ ਕਾਲ ਤੇ ਵਸਤੂ ਤੋਂ ਮਨ ਦਾ ਨਿਸ਼ਚਾ ਉਲਟ ਭਾਵ ਨੂੰ ਪ੍ਰਾਪਤ ਹੁੰਦਾ ਹੈ। ਭਾਵੇਂ ਅਨੇਕ ਯਤਨ ਕਰੇ ਪਰ ਗਿਆਨ ਬਿਨਾ ਨਸ਼ਟ ਨਹੀਂ ਹੁੰਦਾ। ਇਹ ਜੋ ਦੇਸ਼ ਜਗ੍ਹਾ ਹੈ, ਸਮਾਂ ਚੱਲ ਰਿਹਾ ਹੈ ਤੇ ਜੋ ਵੀ ਵਸਤੂਆਂ ਹਨ, ਇਹ ਮਨ ਜਿਹੜਾ ਹੈ ਇਹਦੀ ਜਿਹੜੀ ਕੋਸ਼ਿਸ਼ ਹੈ ਉਹ ਉਲਟ ਭਾਵ ਨੂੰ ਜਦੋਂ ਇਹਦੀ ਕੋਸ਼ਿਸ਼ ਪ੍ਰਾਪਤ ਹੁੰਦੀ ਹੈ ਤੇ ਜਿੰਨਾ ਵੀ ਯਤਨ ਕਰ ਲੋ ਇਹ ਜੀਵ, ਗਿਆਨ ਪ੍ਰਾਪਤ ਕੀਤੇ ਬਿਨਾ ਇਹ ਜੋ ਦੇਸ਼ ਕਾਲ ਤੇ ਵਸਤੂ ਵਾਲੀ ਗੱਲ ਹੈ, ਮਨ ਦੇ ਭਰਮਾਂ ਦੀ ਗੱਲ ਹੈ, ਉਹ ਦੂਰ ਨਹੀਂ ਹੋ ਸਕਦੀ। ਜੋ ਜੀਵ ਜਿੰਨਾ ਵੀ ਯਤਨ ਕਰ ਲਵੇ, ਗਿਆਨ ਬਿਨਾ ਉਹ ਆਪਣੇ ਮਨ ਨੂੰ ਜਿੱਤ ਨਹੀਂ ਸਕਦਾ। ਗਿਆਨ ਦੀ ਪ੍ਰਾਪਤੀ ਹੋਵੇਗੀ, ਸਾਡੇ ਵਿੱਚ ਵਿਵੇਕ ਜਾਗੇਗਾ, ਤਾਂ ਫਿਰ ਅਸੀਂ ਗਿਆਨ ਦੇ ਨਾਲ ਆਪਣੇ ਮਨ ਨੂੰ ਜਿੱਤ ਸਕਦੇ ਹਾਂ। ਮਨ ਘੜਤ ਰੂਪ ਜਨਮ ਦਾ ਨਾਸ਼ ਨਹੀਂ ਹੁੰਦਾ, ਤਾਂ ਜਗਤ ਦੇ ਪਦਾਰਥਾਂ ਤੋਂ ਆਤਮ ਸਤਾ ਦਾ ਨਾਸ਼ ਕਿਵੇਂ ਹੋਵੇ? ਇਸ ਲਈ ਸੋਚ ਕਿਸੇ ਦਾ ਨਾ ਕਰਨਾ ਕਿ ਮਨ ਘੜਤ ਰੂਪ ਜੋ ਜਨਮ ਦਾ ਨਾਸ਼ ਕਦੀ ਵੀ ਨਹੀਂ ਹੁੰਦਾ, ਤੇ ਜਗਤ ਦੇ ਪਦਾਰਥਾਂ ਤੋਂ ਫਿਰ ਆਤਮ ਸ਼ਕਤੀ ਦਾ ਕਿਸ ਤਰ੍ਹਾਂ ਨਾਸ਼ ਹੋ ਸਕਦਾ ਹੈ? ਇਸ ਲਈ ਸਾਨੂੰ ਸੋਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਸਾਡੇ ਸਰੀਰ ਨੂੰ ਮੌਤ ਹੁੰਦੀ ਹੈ, ਸਾਡੀ ਜਿਹੜੀ ਆਤਮਾ ਹੈ ਉਹ ਅਮਰ ਹੈ, ਪਰਮਾਤਮਾ ਦੀ ਤਰ੍ਹਾਂ ਹੈ। ਤੁਸੀਂ ਤਾਂ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਇਨਸਾਨ ਤਾਂ ਸ਼ੁੱਧ ਬੋਧ ਅਵਿਨਾਸ਼ੀ ਪੁਰਸ਼ ਹੈ। ਇਹ ਜੋ ਸੰਕਲਪ ਵਾਸ਼ਨਾ ਤੋਂ ਤੁਹਾਡੇ ਵਿੱਚ ਜਨਮ ਮਰਨ ਆਦਿਕ ਲੱਗਦੇ ਹਨ, ਉਹ ਭੁਲੇਖਾ ਮਾਤਰ ਹਨ। ਇਸ ਲਈ ਇਸ ਵਾਸ਼ਨਾ ਨੂੰ ਤਿਆਗ ਕੇ ਤੁਸੀਂ ਸ਼ੁੱਧ ਪਾਰ ਬ੍ਰਹਮ ਵਿੱਚ ਲੀਨ ਹੋ ਜਾਓ। ਸੋ ਭਗਵਾਨ ਵਾਲਮੀਕ ਜੀ ਸਮਝਾਉਂਦੇ ਹਨ ਕਿ ਅਸਲ ਦੇ ਵਿੱਚ ਹਰ ਇੱਕ ਜੀਵ ਇੱਕ ਸ਼ੁੱਧ ਅਵਿਨਾਸ਼ੀ, ਜਿਸ ਦਾ ਕਦੀ ਵਿਨਾਸ਼ ਨਹੀਂ ਹੋ ਸਕਦਾ, ਉਹ ਸ਼ੁੱਧ ਹੈ, ਉਹੋ ਜਿਹਾ ਹੈ। ਕਿਉਂਕਿ ਭਗਵਾਨ ਵਾਲਮੀਕ ਜੀ ਸਰੀਰ ਵੱਲ ਨਹੀਂ ਦੇਖਦੇ, ਉਹ ਜਿਹੜੀ ਸਾਡੇ ਵਿੱਚ ਆਤਮਾ ਹੈ ਉਸ ਦੇ ਬਾਰੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਔਰ ਸਾਨੂੰ ਇੱਕ ਸਰੀਰਕ ਪੁਰਸ਼ ਨਹੀਂ ਸਮਝਣਾ ਚਾਹੀਦਾ, ਸਾਨੂੰ ਇੱਕ ਆਤਮਿਕ ਪੁਰਸ਼ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ। ਇਹ ਜੋ ਸੰਕਲਪ ਸਾਡੇ ਮਨ ਦੇ ਵਿੱਚੋਂ ਉੱਠਦੇ ਹਨ ਵਾਸਨਾ ਦਾ ਕਰਕੇ, ਔਰ ਉਹਨਾਂ ਦਾ ਕਰਕੇ ਜਨਮ ਮਰਨ ਜੋ ਹੈ ਉਹ ਲੱਗਦੇ ਹਨ, ਇਹ ਜਿੰਨੇ ਵੀ ਹਨ ਸਾਰੇ ਭੁਲੇਖੇ ਵਾਲੀ ਗੱਲ ਹੈ। ਭਰਮਾਂ ਦੇ ਵਿੱਚ ਅਸੀਂ ਪਏ ਹਾਂ, ਆਪਣੀ ਵਾਸਨਾ ਦਾ ਕਰਕੇ ਅਸੀਂ ਬਾਰ-ਬਾਰ ਇਸ ਸੰਸਾਰ ਦੇ ਜਨਮ ਮਰਨ ਦੇ ਚੱਕਰ ਦੇ ਵਿੱਚ ਫਸੇ ਹੋਏ ਹਾਂ। ਇਸ ਲਈ ਇਸ ਵਾਸਨਾ ਨੂੰ ਤਿਆਗ ਕੇ ਤੁਸੀਂ ਸ਼ੁੱਧ ਪਾਰ ਬ੍ਰਹਮ ਵਿੱਚ ਲੀਨ ਹੋ ਜਾਓ। ਸੋ ਭਗਵਾਨ ਵਾਲਮੀਕ ਜੀ ਦਾ ਬੜਾ ਹੀ ਸੌਖਾ ਸਰਲ ਉਪਾਅ ਹੈ ਜੋ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ
ਆਪਣੇ ਮਨ ਨੂੰ ਜਿੱਤ ਕੇ ਅਸੀਂ ਆਪਣੀ ਵਾਸਨਾ ਨੂੰ ਦੂਰ ਕਰਨਾ ਹੈ ਤੇ ਵਾਸਨਾ ਦਾ ਤਿਆਗ ਕਰਕੇ ਅਸੀਂ ਸ਼ੁੱਧ ਪਾਰ ਬ੍ਰਹਮ, ਉਹ ਪ੍ਰਭੂ ਪਰਮੇਸ਼ਵਰ ਜੋ ਹੈ ਉਹਦੇ ਵਿੱਚ ਲੀਨ ਹੋਣਾ ਹੈ। ਜਿਵੇਂ ਗਰੁੜ ਪੰਛੀ ਆਂਡਾ ਤਿਆਗ ਕੇ ਆਕਾਸ਼ ਨੂੰ ਉੱਡਦਾ ਹੈ, ਤਿਵੇਂ ਹੀ ਵਾਸਨਾ ਨੂੰ ਤਿਆਗ ਕੇ ਤੁਸੀਂ ਪਾਰ ਬ੍ਰਹਮ ਵਿੱਚ ਲੀਨ ਹੋ ਜਾਓ। ਸੋ ਭਗਵਾਨ ਵਾਲਮੀਕ ਜੀ ਸਾਨੂੰ ਬੜੀ ਸੋਹਣੀ ਮਿਸਾਲ ਦਿੰਦੇ ਹਨ ਕਿ ਜਿਸ ਤਰ੍ਹਾਂ ਇੱਕ ਗਰੁੜ ਪੰਛੀ ਹੁੰਦਾ ਹੈ, ਉਹ ਆਪਣਾ ਆਂਡਾ ਦੇ ਕੇ ਉਸ ਦਾ ਤਿਆਗ ਕਰ ਦਿੰਦਾ ਹੈ ਤੇ ਆਕਾਸ਼ ਵਿੱਚ ਉੱਡਦਾ ਹੈ। ਬਿਲਕੁਲ ਇਸੇ ਹੀ ਤਰ੍ਹਾਂ ਅਸੀਂ ਆਪਣੀ ਵਾਸਨਾ ਦਾ ਤਿਆਗ ਕਰਨਾ ਹੈ। ਜੋ ਸਾਡੇ ਵਿੱਚੋਂ ਇੱਛਾ ਉੱਠਦੀ ਹੈ ਉਸ ਦਾ ਤਿਆਗ ਕਰਨਾ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਉਹ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਲੀਨ ਹੋ ਜਾਈਏ, ਭਾਵ ਕਿ ਅਸੀਂ ਆਪਣੀ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਜੋੜ ਲਈਏ। ਸ਼ੁੱਧ ਆਤਮਾ ਵਿੱਚ ਮਨਨ ਫੁਰਦਾ ਹੈ, ਉਹੀ ਮਨ ਹੈ। ਉਹ ਮਨਨ ਸ਼ਕਤੀ ਸ਼ੁਭ ਤੇ ਅਸ਼ੁਭ ਤੋਂ ਬੰਧਨ ਦਾ ਕਾਰਨ ਹੈ ਤੇ ਉਹ ਮਨ ਮਿਥਿਆ ਭਰਮ ਤੋਂ ਹੋਇਆ ਹੈ। ਸੋ ਭਗਵਾਨ ਵਾਲਮੀਕ ਜੀ ਸਾਨੂੰ ਦੇਖੋ ਬਾਰ-ਬਾਰ ਸਮਝਾਉਂਦੇ ਹਨ ਕਿ ਸਾਡੀ ਜਿਹੜੀ ਸ਼ੁੱਧ ਆਤਮਾ ਹੈ ਉਹਦੇ ਵਿੱਚ ਇਹ ਮਨ ਦੇ ਵਿੱਚੋਂ ਫੁਰਨਾ ਉੱਠਦਾ ਹੈ। ਉਹ ਫੁਰਨੇ ਦਾ ਕਾਰਨ ਮਨ ਹੈ ਔਰ ਉਹ ਮਨ ਦੀ ਸ਼ਕਤੀ ਜੋ ਚਿੱਤ ਹੈ ਉਹ ਸ਼ੁਭ ਤੇ ਅਸ਼ੁਭ ਤੋਂ ਬੰਧਨ ਦਾ ਕਾਰਨ ਬਣਦਾ ਹੈ। ਉਹ ਸਾਨੂੰ ਸੰਸਾਰ ਦੇ ਨਾਲ ਜੋੜਦਾ ਹੈ। ਪਰ ਇਹ ਜਿਹੜਾ ਮਨ ਹੈ ਇਹ ਇੱਕ ਮਿਥਿਆ ਭਰਮ ਤੋਂ ਉਦੇ ਹੋਇਆ ਹੈ। ਇਹ ਮਨ ਜਿਹੜਾ ਹੈ ਇਹ ਇੱਕ ਮਿਥਿਆ ਭਰਮ ਹੈ, ਕਿਉਂਕਿ ਸਾਡੀ ਆਤਮਾ ਸ਼ੁੱਧ ਪਵਿੱਤਰ ਹੈ। ਉਹਦੇ ਵਿੱਚ ਕੋਈ ਵੀ ਸੰਸਾਰ ਵਾਲੀ ਗੱਲ ਨਹੀਂ ਹੈ, ਸੰਸਾਰੀ ਗੱਲ ਨਹੀਂ ਹੈ। ਆਤਮਾ ਦੇ ਨਾਲ ਜੁੜਨ ਦੇ ਨਾਲ ਹੀ ਅਸੀਂ ਆਪਣੇ ਜਿੰਨੇ ਵੀ ਮਿਥਿਆ ਭਰਮ ਹਨ ਉਹਨਾਂ ਨੂੰ ਦੂਰ ਕਰ ਸਕਦੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਅੱਜ ਦੇ ਇਸ ਭਗਵਾਨ ਵਾਲਮੀਕ ਜੀ ਦੇ ਕਥਾ ਦੀ ਸਮਾਪਤੀ ਵੱਲ ਆ ਰਹੇ ਹਾਂ। ਅਗਲੇ ਹਫਤੇ ਫਿਰ ਭਗਵਾਨ ਵਾਲਮੀਕ ਜੀ ਦੇ ਪਵਿੱਤਰ ਬਾਣੀ ਨੂੰ ਲੈ ਕੇ ਆਪ ਦੇ ਨਾਲ ਜੁੜਾਂਗੇ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕ ਮਹਾਰਾਜ ਕੀ ਜੈ। दाता तो न करे ते करूं केड़ा, मेरिया सब जरूरतां हो लोकी वेख दे ऐब गुनाह मेरे, मैं तां वेखदा तेरियां रहमतां नूं। हो मैं नीवा मेरा मुर्शिद उच्चा ते असी उच्चिया दे संग लाले। हो सदके जावा इना उच्चिया दे जिन्होंने नाल निभाई। भूलने नहीं भुलाए ऐसे कर उपकार गया मेरा वाल्मीक भगवान कौम के धर्म सुधार गया। भूलने नहीं भुलाए ऐसे कर उपकार गया मेरा वाल्मीक भगवान कौम के धर्म सुधार गया। भूलने नहीं भुलाए
स्वामी। ओने ऊंच नीच ते छूत छात दे परम मिटाए सी, परम मिटाए सी। पावे रंग पावे कोई राजा एक सार बिठाए सी, सार बिठाए सी। ये सब मालिक दे बंदे, ये सब मालिक दे बंदे। सच्चा कर प्रचार गया मेरा वाल्मीक भगवान, कौम के कर्म सुधार गया। भूलने नहीं भुलाए, भूलने नहीं भुलाए। धर्म दे ठेकेदारां नूं उस मुंदे पाया सी, मुंदे पाया सी। जुल्मी अते हंकारी उसने सबनू सबक सिखाया सी, सबनू सबक सिखाया सी। हर एक दा सत्कार करो, हर एक दा सत्कार करो। सबनों प्रचार गया मेरा वाल्मीक भगवान, कौम के कर्म सुधार गया। भूलने नहीं भुलाए, भूलने नहीं भुलाए। करके गुरबाणी दा सतसंग कीती गल निराली सी, कीती गल निराली सी। करके गुरबाणी दा सतसंग कीती गल निराली सी, कीती गल निराली सी। ज्ञान ध्यान नाल सारे परते जेड़े अकलों खाली सी, जेड़े अकलों खाली सी। बैठ बोलदा चंद कहना हर तनूर खिलार गया मेरा वाल्मीक भगवान, कौम के कर्म सुधार गया। भूलने नहीं भुलाए ऐसे कर्म पुकार गया मेरा वाल्मीक भगवान, कौम के कर्म सुधार गया। भूलने नहीं भुलाए, भूलने नहीं भुलाए, भूलने नहीं भुलाए, भूलने नहीं भुलाए। जो बोले सो निर्भय, वाल्मीकि महाराज की जय। जो बोले सो निर्भय, श्री गुरुदास महाराज की जय।